ਵੇਖੋ ਕਿੰਨਾ ਮਾੜਾ ਬੋਲਿਆ ਜਾ ਰਿਹਾ ਹੈ। ਈਰਖਾ ਕਿੰਨੀ ਆ। ਗੁਰੂ ਨਾਨਕ ਦਾ ਸਿੱਖ, ਸਾਨੂੰ ਤਾਂ ਸਿੱਖਿਆ ਹੀ ਇਹ ਮਿਲੀ ਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ। ਆਪਾਂ ਤਾਂ ਅਰਦਾਸ ਦੇ ਵਿੱਚ ਇਹ ਆਖਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਆ, ਪਰ ਉਹਨਾਂ ਲੋਕਾਂ ਦੀ ਈਰਖਾ ਅੱਗੇ ਆ ਰਹੀ ਆ। ਮੁਕੇਸ਼ ਖੰਨਾ ਉਹ ਆ ਜਿਹੜਾ ਸ਼ਕਤੀਮਾਨ, ਤੁਸੀਂ ਸੀਰੀਅਲ ਵੇਖਦੇ ਸੀ ਜਿਹੜਾ ਸ਼ਕਤੀਮਾਨ ਬਣਦਾ, ਉਹ ਪਤਾ ਸਾਡੇ ਲਈ ਕੀ ਸ਼ਬਦ ਵਰਤਦਾ? ਕੁੱਤੇ ਵਰਤ ਰਿਹਾ ਹੈ। ਉਹ ਕੁੱਤੇ ਸ਼ਬਦ ਵਰਤ ਰਿਹਾ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਇਆ ਕਾਜ਼ੀ ਨੂਰ ਮੁਹੰਮਦ, ਉਹਨੇ ਵੀ ਇਹੀ ਸ਼ਬਦ ਵਰਤਿਆ ਸੀ, ਸਗ ਆਖਿਆ ਸੀ। ਉਹ ਕਹਿੰਦਾ ਸਗ, ਪਰ ਉਹਨੇ ਨਾਲ ਫਿਰ ਇਹ ਗੱਲ ਲਿਖੀ ਸੀ, ਕਹਿੰਦਾ ਇਹਨਾਂ ਨੂੰ ਕੁੱਤੇ ਨਾ ਕਿਉਂ, ਇਹ ਬੱਬਰ ਸ਼ੇਰ ਵੀ ਨੇ। ਉਹ ਮੰਨ ਗਿਆ ਸੀ। ਵੇਖੋ ਈਰਖਾ ਇੰਨੀ ਕਰਨੀ। ਪਰ ਇੱਕ ਗੱਲ ਯਾਦ ਰੱਖਿਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਮਨਾ ਰਿਹਾ, ਜਿਹੜੇ ਉਸ ਪਵਿੱਤਰ ਧਰਤੀ ਨੂੰ ਭਾਗ ਲਾ ਰਹੇ ਨੇ। ਅੱਜ ਜਿਹਨੂੰ ਆਪਾਂ ਨਨਕਾਣਾ ਸਾਹਿਬ ਆਖਦੇ ਆ, ਰਾਏ ਭੋਇੰ ਦੀ ਤਲਵੰਡੀ, ਇੱਕ ਪੱਟੀ ਰਾਜਪੂਤ ਸੀ ਜਿਹਨੇ ਵਸਾਇਆ ਸੀ ਇਹ ਨਗਰ। ਉਹਦੇ 14-15 ਜਿਹੜੇ ਪਿੰਡ ਸੀ ਆਲੇ ਦੁਆਲੇ ਤੇ, ਉਹਤੇ ਮਾਲਕੀ ਸੀ। ਉਹਦਾ ਰਾਏਬਲਾਰ ਲੜਕਾ ਸੀ ਜਿਹੜਾ ਉਸ ਸਮੇਂ ਮੁਖੀ ਸੀ, ਚੌਧਰੀ ਸੀ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਪ੍ਰਕਾਸ਼ ਹੋਣ ਦੀ ਦੇਰ ਸੀ 15 ਅਪ੍ਰੈਲ 1469 ਨੂੰ, ਫਿਰ ਲੋਕਾਂ ਨੇ ਆਵਾਜ਼ ਦਿੱਤੀ। ਉਹ ਆਵਾਜ਼ ਕੀ ਸੀ? ਉਸ ਆਵਾਜ਼ ਦਾ ਜ਼ਿਕਰ ਢਾਡੀ ਜੱਥਾ ਪਮਾਲ ਦਾ ਇੰਜ ਕਰ ਰਿਹਾ। ਸਤਿਗੁਰੂ ਨਾਨਕ ਪ੍ਰਗਟ ਹੋਇਆ, ਅਨਭਵੀ ਸ਼ਾਇਰ ਵੱਡਾ, ਸਤਿਗੁਰੂ ਨਾਨਕ ਪ੍ਰਗਟ ਹੋਇਆ। ਜਿਸ ਵੇਲੇ ਕਲਯੁਗ ਨੇ, ਜਿਸ ਵੇਲੇ ਕਲਯੁਗ ਨੇ ਆਪਣਾ ਅਸਲੀ ਰੰਗ ਵਿਖਾਇਆ, ਮਤ ਰਹੀ ਟਿਕਾਣੇ ਨਾ, ਮਤ ਰਹੀ ਟਿਕਾਣੇ ਨਾ, ਲੋਕਾਂ ਨੇ ਰੱਬ ਦਿਲੋਂ ਭੁਲਾਇਆ। ਦੁਆਰੇ ਪਰਮੇਸ਼ਰ ਦੇ ਜਾ ਕੇ ਧਰਮ ਵਿਚਾਰਾ ਰੋਇਆ, ਦਾਤਾਰ ਪੁਕਾਰ ਸੁਣੀ, ਸਤਿਗੁਰੂ ਨਾਨਕ ਪ੍ਰਗਟ ਹੋਇਆ। ਦਾਤਾਰ ਪੁਕਾਰ ਸੁਣੀ, ਸਤਿਗੁਰੂ ਨਾਨਕ ਪ੍ਰਗਟ ਹੋਇਆ। ਕੱਤਕ ਦੀ ਪੁੰਨਿਆਂ ਨੂੰ, ਕੱਤਕ ਦੀ ਪੁੰਨਿਆਂ ਨੂੰ ਸਮਤ ਸੀ 1526, ਗੋਦੀ ਮਾਂ ਤ੍ਰਿਪਤਾ ਦੀ, ਗੋਦੀ ਮਾਂ ਤ੍ਰਿਪਤਾ ਦੀ, ਧਮਕੀ ਜੋਤ ਨੂਰ ਇੱਕ ਰੱਬੀ। ਹੱਦ ਖੂਬਸੂਰਤੀ ਦੀ, ਹੱਦ ਖੂਬਸੂਰਤੀ ਦੀ, ਜਿਸਨੇ ਸਭ ਦੇ ਦਿਲ ਨੂੰ ਮੋਇਆ, ਅੱਜ ਵਿੱਚ ਤਲਵੰਡੀ ਦੇ ਸਤਿਗੁਰੂ ਨਾਨਕ ਪ੍ਰਗਟ ਹੋਇਆ। ਅੱਜ ਵਿੱਚ ਤਲਵੰਡੀ ਦੇ ਸਤਿਗੁਰੂ ਨਾਨਕ ਪ੍ਰਗਟ ਹੋਇਆ। ਹੱਥ ਜੋੜੇ ਸੀਸ ਨਿਵਾਏ, ਹੱਥ ਜੋੜੇ ਸੀਸ ਨਵਾ, ਪੂਜਾ ਕਰੇ ਦੌਲਤਾਂ ਦਾਈ, ਕਰ ਮਹਿਤੇ ਕਾਲੂ ਦੇ, ਕਰ ਮਹਿਤੇ ਕਾਲੂ ਦੇ, ਸ਼ਕਤੀ ਸੱਚ ਖੰਡ ਚੋਂ ਆਈ।
ਸਭ ਦੇਵੀ ਦੇਵਤਿਆਂ ਖੁਸ਼ੀਆਂ ਨਾਲ ਤੇਲ ਸੀ ਚੋਇਆ ਮਾਲਕ ਤਰਲੋਕੀ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਮਾਲਕ ਤਰਲੋਕੀ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਹਰ ਦਿਆਲ ਪੁਰੋਹਤ ਵੀ ਕਰਦਾ ਨਮਸਕਾਰ ਲਖਵਾਰੀ ਅਵਤਾਰ ਦੁਆਪੁਰ ਦੇ ਅਵਤਾਰ ਦੁਆਪੁਰ ਦੇ ਆਗੇ ਮੇਰੇ ਕ੍ਰਿਸ਼ਨ ਮੁਰਾਰੀ ਗੱਲ ਪਿਤਰ ਭਗਤ ਲਾਇਆ ਰਾਜਾ ਆਕਣ ਬਾਤ ਭਗੋਇਆ ਅੱਜ ਮਾਣ ਨਮਾਣਿਆਂ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਅੱਜ ਮਾਣ ਨਮਾਣਿਆਂ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਅੱਜ ਪਾਕ ਖੁਦਾਈ ਦੇ ਕੀਤੇ ਰਾਏ ਬਲਾਰ ਦਿਦਾਰੇ ਉਹ ਮੁਸਲਮਾਨ ਸੱਚਾ ਸਿਜਦੇ ਕਰਦਾ ਸ਼ੁਕਰ ਗੁਜ਼ਾਰੇ ਉਹ ਮੁਸਲਮਾਨ ਸੱਚਾ ਸਿਜਦੇ ਕਰਦਾ ਸ਼ੁਕਰ ਗੁਜ਼ਾਰੇ ਵਰਸ਼ਾ ਮੀ ਰਹਿਮਤ ਦਾ ਕਾਫਰ ਮਨ ਮੈਲੇ ਨੂੰ ਧੋਇਆ ਵਰਸ਼ਾ ਮੀ ਰਹਿਮਤ ਦਾ ਕਾਫਰ ਮਲ ਮੈਲੇ ਨੂੰ ਧੋਇਆ ਸਾਂਝਾ ਕੁੱਲ ਦੁਨੀਆ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਸਾਂਝਾ ਕੁੱਲ ਦੁਨੀਆ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਧਰਤੀ ਤਲਵੰਡੀ ਦੀ ਧਰਤੀ ਤਲਵੰਡੀ ਦੀ ਬਣ ਗਈ ਅੱਜ ਤੀਰਥ ਨਨਕਾਣਾ ਗੁਰਧਾਮ ਪਵਿੱਤਰ ਨੂੰ ਗੁਰਧਾਮ ਪਵਿੱਤਰ ਨੂੰ ਦੁਨੀਆ ਵਿੱਚ ਪੂਜਿਆ ਜਾਣਾ ਬਣ ਗਿਆ ਅਸਲ ਸੋਨਾ ਬਣ ਗਿਆ ਅਸਲ ਸੋਨਾ ਲੋਹਾ ਜਦ ਪਾਰਸ ਨੇ ਛੋਇਆ ਧਰਤੀ ਮਨੁੱਖਤਾ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਧਰਤੀ ਮਨੁੱਖਤਾ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਸ਼ੈਤਾਨ ਵਰਗ ਨੇ ਸੀ ਸ਼ੈਤਾਨ ਵਰਗ ਨੇ ਸੀ ਬੰਦੇ ਸ਼ੂਦਰ ਆਖ ਬੁਸ਼ਾਰੇ ਹੱਕ ਖੋ ਕੇ ਜ਼ਿੰਦਗੀ ਦੇ ਹੱਕ ਖੋ ਕੇ ਜ਼ਿੰਦਗੀ ਦੇ ਕਾਮੇ ਪੈਰਾਂ ਹੇਠ ਲਤਾੜੇ ਜਨ ਜੀਵਨ ਮਰਿਆਦਾ ਜਨ ਜੀਵਨ ਮਰਿਆਦਾ ਜਨ ਜੀਵਨ ਮਰਿਆਦਾ ਆਪਣੇ ਪੈਰੀ ਉੱਠ ਖਲੋਇਆ ਹਮਦਰਦ ਕਿਰਤੀਆਂ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਹਮਦਰਦ ਕਿਰਤੀਆਂ ਦਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਕੀ ਮੋਮਨ ਕੀ ਹਿੰਦੂ ਸਾਰੇ ਰਲ ਕੇ ਦੇਣ ਵਧਾਈਆਂ ਅਰਸ਼ਾਂ ਦੇ ਮੰਡਲ ਚੋਂ ਪਰੀਆਂ ਗੀਤ ਗਾਉਣ ਨੂੰ ਆਈਆਂ ਅਰਸ਼ਾਂ ਦੇ ਮੰਡਲ ਚੋਂ ਪਰੀਆਂ ਗੀਤ ਗਾਉਣ ਨੂੰ ਆਈਆਂ ਬਲਵੰਤ ਸਿੰਘ ਨੇ ਵੀ ਬਲਵੰਤ ਸਿੰਘ ਨੇ ਵੀ ਕਾਵ ਦੇ ਮੋਤੀ ਹਾਰ ਪਰੋਇਆ ਅਨਭਵੀ ਸ਼ਹਿਰ ਵੱਡਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਅਨਭਵੀ ਸ਼ਹਿਰ ਵੱਡਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਅਨਭਵੀ ਸ਼ਹਿਰ ਵੱਡਾ ਸਤਿਗੁਰੂ ਨਾਨਕ ਪ੍ਰਗਟ ਹੋਇਆ ਧਰਤੀ ਤਲਵੰਡੀ ਦੀ
ਬਣ ਗਈ ਅੱਜ ਤੀਰਥ ਨਨਕਾਣਾ, ਗੁਰਧਾਮ ਪਵਿੱਤਰ ਨੂੰ ਦੁਨੀਆ ਵਿੱਚ ਪੂਜਿਆ ਜਾਣਾ। ਅੱਜ ਸਿੱਖ ਅਰਦਾਸ ਕਰਦਾ ਸੱਚੇ ਪਾਤਸ਼ਾਹ, ਜਿਹੜੇ ਸਿੱਖ ਤੋਂ ਵਿਛੜ ਚੁੱਕੇ ਅਸਥਾਨ ਨੇ, ਸਾਨੂੰ ਉਹਨਾਂ ਦੀ ਸੇਵਾ ਸੰਭਾਲ ਦਾ ਦਾਨ ਬਖਸ਼ ਦੇ, ਸਾਡੀ ਝੋਲੀ ਦੇ ਵਿੱਚ ਪਾ ਦੇ। ਸਾਡੀ ਇਹ ਅਰਦਾਸ ਹੋਇਆ ਕਰਦੀ ਏ। ਗੁਰੂ ਕੇ ਪਿਆਰਿਓ, ਵੇਖੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦੋ ਮੁੱਖ ਅਸਥਾਨ, ਜਿੱਥੇ ਪ੍ਰਕਾਸ਼ ਹੋਇਆ ਤੇ ਜਿੱਥੇ ਜੋਤੀ ਜੋਤ ਸਮਾਈ, ਉਹ ਦੋਨੋਂ ਹੀ ਉਧਰ ਨੇ। ਆਪਾਂ ਸਾਰਿਆਂ ਨੇ ਜਿਹੜੇ ਪਿਛਲੇ ਸਾਲ ਜਦੋਂ ਲਾਂਘਾ ਖੁੱਲਿਆ, ਆਪਾਂ ਉਸ ਪਵਿੱਤਰ ਧਰਤੀ ਦੇ ਗੁਰੂ ਕੇ ਪਿਆਰਿਓ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ। ਧੰਨਤਾ ਦੇ ਯੋਗ ਨੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਦਰਸ਼ਨ ਦੀਦਾਰ ਕੀਤੇ ਨੇ। ਅੱਜ ਸਿੱਖ ਦੀ ਅਰਦਾਸ ਹੈ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੈਂ ਕਿਰਪਾ ਕਰਨੀ ਆ। ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਕੋਈ ਕਹਿੰਦਾ ਕੁੱਲ ਦੁਨੀਆ ਦਾ ਮਾਲਕ ਏ, ਕੁੱਲ ਦੁਨੀਆ ਦਾ। ਕੋਈ ਕਿਰਤੀਆਂ ਦਾ ਹਮਦਰਦ ਕਰ ਰਿਹਾ ਸੀ, ਕੋਈ ਆਖ ਰਿਹਾ ਸੀ ਇਹ ਅਨੁਭਵੀ ਸ਼ਾਇਰ ਨੇ, ਅਨੁਭਵੀ ਸ਼ਾਇਰ। ਕਲਮ ਦੇ ਧਨੀ ਸਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਹੋਰ ਵੇਖੋ, ਮੈਂ ਨਾਂ ਲੈਣੇ ਨੇ, ਇਹ ਸਾਰੇ ਸਤਿਕਾਰਯੋਗ ਨੇ। ਭਗਵਾਨ ਰਾਮਚੰਦਰ ਜੀ ਆਏ, ਉਹ ਸਭ ਦੇ ਸਾਂਝੇ ਨਹੀਂ ਬਣ ਸਕੇ। ਭਗਵਾਨ ਕ੍ਰਿਸ਼ਨ ਜੀ ਆਏ, ਸਭ ਦੇ ਸਾਂਝੇ ਨਹੀਂ ਬਣ ਸਕੇ। ਇੱਥੇ ਈਸਾ ਆਇਆ, ਸਭ ਦਾ ਸਾਂਝਾ ਨਹੀਂ ਬਣ ਸਕਿਆ। ਹਜ਼ਰਤ ਮੁਹੰਮਦ ਸਾਹਿਬ ਜੀ ਆਏ, ਸਭ ਦੇ ਸਾਂਝੇ ਨਹੀਂ ਬਣ ਸਕੇ। ਮਹਾਤਮਾ ਬੁੱਧ ਜੀ ਹੋਏ, ਸਭ ਦੇ ਸਾਂਝੇ ਨਹੀਂ ਬਣ ਸਕੇ। ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜਿਹੜੇ ਸਭ ਦੇ ਸਾਂਝੇ ਬਣ ਕੇ ਦਿੱਤੇ, ਸਭ ਦੇ ਸਾਂਝੇ। ਕੀ ਹਿੰਦੂ ਕੀ ਮੁਸਲਮਾਨ ਗੁਰੂ ਕੇ ਪਿਆਰਿਓ ਮਹਾਰਾਜ ਦੇ ਅੱਗੇ ਨਮਸਕਾਰ ਕਰ ਰਹੇ ਨੇ। ਮਹਾਰਾਜ ਜੀ ਦੇ ਉਹ ਪਵਿੱਤਰ ਬਚਨ ਸੁਣਨ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਚੌਂਕੜੇ ਮਾਰ ਰਹੇ ਨੇ। ਇਹ ਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵਿਸ਼ਵ ਕਲਿਆਣਕਾਰੀ ਆਪਾਂ ਆਖਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਚਾਨ ਹੁਣ ਵੇਖੋ, ਆਪਣੇ ਪਾਸ ਵੀ ਹਰੇਕ ਪ੍ਰਮਾਤਮਾ ਆ ਅੱਖਾਂ ਸਾਨੂੰ ਜੋਤੀ ਦਿੰਦਾ ਨਾ, ਨਜ਼ਰ ਦਿੰਦਾ, ਇਹ ਆਪਾਂ ਵੇਖਦੇ ਆਂ। ਪਰ ਖਾਸ ਕਰਕੇ ਬੰਦਾ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ, ਇਹਦੇ ਅੰਦਰ ਬੇਈਮਾਨੀ, ਇਹਦੇ ਅੰਦਰ ਚਲਾਕੀਆਂ, ਇਹਦੇ ਅੰਦਰ ਸਿਆਣਪਾਂ, ਬੜਾ ਕੁਝ ਇਹਦੇ ਅੰਦਰ ਪੈਦਾ ਹੋ ਜਾਂਦਾ। ਇਹ ਤਾਂ ਗੁਰੂ ਦੀ ਕਿਰਪਾ ਰੱਖੇ ਅਸੀਂ ਇਹ ਤੋਂ ਬਚ ਸਕੀਏ, ਨਹੀਂ ਬਚਦਾ ਕੋਈ ਨਹੀਂ। ਸਾਰੇ ਇਹਦੇ ਕਲਾਵੇ ਵਿੱਚ ਆ ਜਾਂਦੇ ਨੇ। ਪਰ ਕਹਿੰਦੇ ਅੱਖਾਂ, ਉਹ ਅੱਖਾਂ ਜਿਹੜੀਆਂ ਬੀਬੀ ਨਾਨਕੀ ਦੇ ਕੋਲੇ, ਬੇਬੇ ਨਾਨਕੀ ਦੇ ਕੋਲੇ ਹੋਈਆਂ, ਉਹ ਅੱਖਾਂ ਜਿਹੜੀਆਂ ਦਾਈ ਦੌਲਤਾਂ ਦੇ ਕੋਲੇ ਸੀ, ਉਹ ਅੱਖਾਂ ਜਿਹੜੀਆਂ ਰਾਏ ਬਲਾਰ ਦੇ ਕੋਲੇ ਸੀ, ਉਹ ਅੱਖਾਂ ਦੀ ਜਦੋਂ ਗੱਲ ਚੱਲਦੀ ਆ, ਉਹ ਰੁਪਈਆਂ ਨਾਲ ਨਹੀਂ ਮਿਲਦੀਆਂ। ਉਹ ਅੱਖਾਂ ਉੱਚ ਵਿਦਿਆ ਪ੍ਰਾਪਤ ਕਰਕੇ ਨਹੀਂ ਵੀ ਮੈਂ PhD ਕਰ ਲਈ ਮੇਰੇ ਕੋਲੇ ਆ ਜਾਣਗੀਆਂ। ਉਹ ਅੱਖਾਂ ਕੋਈ ਉੱਚ ਅਹੁਦਾ ਲੈ ਕੇ ਜਾਂ DC ਲੱਗ ਗਿਆ ਜਾਂ ਮੈਂ ਮਿਨਿਸਟਰ ਆ ਤਾਂ ਆ ਜਾਣਗੀਆਂ। ਉਹ ਅੱਖਾਂ ਮਿਲਦੀਆਂ ਜੇ ਗੁਰੂ ਕਿਰਪਾ ਕਰ ਦੇਵੇ। ਤੇ ਬਾਬਾ ਬੁੱਲੇ ਸ਼ਾਹ ਨੇ ਲਿਖਿਆ, ਉਹਨਾਂ ਅੱਖਾਂ ਦਾ ਜ਼ਿਕਰ ਕਰਦੇ ਆ। ਉਹ ਬੁੱਲਿਆ ਰੱਬ ਤੇ ਤੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਉਹ ਅੱਖਾਂ ਦੌਲਤਾਂ ਦੇ ਕੋਲੇ ਆ, ਦਾਈ ਦੌਲਤਾਂ ਦੇ ਕੋਲੇ। ਕਹਿੰਦੇ ਜਿਹਨੇ ਪਿਤਾ ਮਹਿਤਾ ਕਾਲੂ ਜੀ ਦਾ ਥਾਲ ਜਿਸ ਦੇ ਵਿੱਚ ਵਸਤਰ ਨੇ, ਉੱਤੇ ਰੁਪਈਏ ਧਰੇ ਹੋਏ ਨੇ, ਆਪਣੇ ਹੱਥ ਦੇ ਨਾਲ ਪਿਛਾਂ ਕਰਕੇ ਆਖਿਆ ਸੀ, ਮਹਿਤਾ ਕਲਿਆਣ ਦਾਸ ਜੀਓ, ਅੱਜ ਤੋਂ ਬਾਅਦ ਜੇ ਮੈਂ ਕੁਝ ਮੰਗਾਂਗੀ ਤੇਰੇ ਲਾਲ ਤੋਂ ਹੀ ਮੰਗਾਂਗੀ। ਮਾਪਿਆਂ ਨੇ ਨਾਂ ਰੱਖਿਆ ਸੀ ਦੌਲਤਾਂ, ਨਾਮ ਦੀ ਦੌਲਤਾਂ ਸਾਂ, ਪਰ ਕਰਮਾਂ ਦੇ ਵਿੱਚ ਗਰੀਬੀ ਕੰਗਾਲੀ ਲਿਖੀ ਸੀ। ਪਰ ਅੱਜ ਗੁਰੂ ਦੀ ਕਿਰਪਾ, ਅੱਜ ਤੇਰੇ ਲਾਲ ਦੀ ਕਿਰਪਾ ਹੋ ਗਈ, ਅੱਜ ਤੇਰੇ ਪੁੱਤ ਦੀ ਬਖਸ਼ਿਸ਼ ਹੋ ਗਈ। ਦਰਸ਼ਨ ਸਿੰਘ ਜੀ ਗਰੇਵਾਲ, ਉਹਨਾਂ ਵੱਲੋਂ 1000 ਰੁਪਇਆ ਆਇਆ। ਤੁਹਾਡੀ ਇੱਥੇ ਦੇ ਮਾਣ ਵਿੱਚ ਮੈਂ ਧੰਨਵਾਦ ਕਰਦਾ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ। ਸਿਕੰਦਰ ਸਿੰਘ ਜੀ ਗੋਰਾ 100 ਰੁਪਇਆ ਘੱਲਦੇ ਨੇ। ਮੁਖਤਿਆਰ ਸਿੰਘ ਜੀ ਪੰਚ 100 ਰੁਪਇਆ ਘੱਲਦੇ ਨੇ। ਮਹਿੰਦਰ ਸਿੰਘ ਜੀ ਫੌਜੀ, ਉਹਨਾਂ ਵੱਲੋਂ 100 ਰੁਪਇਆ ਆਇਆ। ਗੁਰਮੀਤ ਸਿੰਘ ਜੀ ਖਾਲਸਾ ਸੀਨੀਅਰ ਮੀਤ ਪ੍ਰਧਾਨ ਗੁਰਦੁਆਰਾ ਸਾਹਿਬ ਦੇ, ਉਹਨਾਂ ਵੱਲੋਂ ਵੀ 100 ਰੁਪਇਆ। ਜਗਦੀਪ ਸਿੰਘ ਜੀ ਜੀਤਾ ਪ੍ਰਧਾਨ ਸਾਹਿਬ 500 ਰੁਪਇਆ ਘੱਲਦੇ ਨੇ। ਹਰਮਿੰਦਰ ਸਿੰਘ ਜੀ ਰਾਜੂ 100 ਰੁਪਇਆ ਘੱਲਦੇ ਨੇ। ਮੇਰਾ ਵੀਰ ਜਗਦੇਵ ਸਿੰਘ ਜੀ ਭੀਮਾ, ਉਹਨਾਂ ਵੱਲੋਂ ਵੀ 100 ਰੁਪਇਆ। ਕਰਨੈਲ ਸਿੰਘ ਜੀ 500 ਰੁਪਏ ਘੱਲਦੇ ਨੇ। ਮੈਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਮਾਣ ਦਿੰਦੇ ਹੋ। ਮੈਂ ਇਹਨੂੰ ਆਪਣਾ ਹੀ ਨਗਰ ਸਮਝਦਾ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਆਪਾਂ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ,
ਸਾਖੀਆਂ ਆਪਾਂ ਨੂੰ ਸਾਰਿਆਂ ਨੂੰ ਯਾਦ ਨੇ ਬਈ ਕਿਵੇਂ ਕਿਵੇਂ ਸਾਖੀਆਂ ਵਰਤੀਆਂ ਨੇ, ਪਰ ਸਾਖੀਆਂ ਤੋਂ ਜਿਹੜੀ ਸਿੱਖਿਆ ਸਾਨੂੰ ਮਿਲਦੀ ਆ, ਜਿਹੜੀ ਸੇਧ ਸਾਨੂੰ ਮਿਲਦੀ ਆ, ਉਹ ਅਪਣਾਉਣ ਦੀ ਲੋੜ ਆ, ਉਹ ਅਪਣਾਉਣ ਦੀ ਲੋੜ ਆ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਜ਼ਿੰਦਗੀ ਦਾ ਜਿਹੜਾ ਮਨੋਰਥ ਆ ਭਾਈ ਸਾਹਿਬ ਜੀ ਦੀਆਂ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਤੇ ਆਪਣੇ ਸ਼ਬਦਾਂ ਦੇ ਵਿੱਚ ਉਹ ਕਲੀਅਰ ਕਰਦੇ ਨੇ ਵੀ ਅਸੀਂ ਕਿਉਂ ਆਏ ਆ ਦੁਨੀਆ ਤੇ, ਸਾਡਾ ਆਉਣ ਦਾ ਕਾਰਨ ਕੀ ਹੈ। ਇੱਕ ਇਹ ਵੀ ਸਮਾਂ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਘਰੇ ਹੀ ਨੇ, ਨਾ ਕੁਝ ਖਾਣ ਨਾ ਕੁਝ ਪੀਣ। ਉਦੋਂ ਪਹਿਲਾਂ ਨਾ ਇਹਨਾਂ ਦੀ ਮਾਸੀ ਦਾ ਨਾਂ ਸੀ ਮਾਸੀ ਲੱਖੋ, ਮਾਤਾ ਤ੍ਰਿਪਤਾ ਜੀ ਭੈਣ ਸੀ, ਛੋਟੀ ਭੈਣ। ਉਹਦੇ ਪੁੱਤ ਦਾ ਨਾਂ ਆ ਬਾਬਾ ਰਾਮ ਠੰਮਣ। ਆ ਕਸੂਰ ਦੇ ਲਾਗੇ ਉਹਨਾਂ ਦਾ ਅਸਥਾਨ ਆ, ਜਿੱਥੇ ਵਿਸਾਖੀ ਦਾ ਬਹੁਤ ਭਾਰੀ ਜੋੜ ਮੇਲਾ ਲੱਗਦਾ। ਬਾਬਾ ਰਾਮ ਠੰਮਣ ਦੇ ਅਸਥਾਨ ਤੇ ਇੱਕ ਸੇਵਾ ਕਰਦਾ ਸੀ, ਉਹਦਾ ਨਾਂ ਸੀ ਮਹੰਤ ਰਾਮਦੇਵ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇਹਨੇ ਸ਼ਿਕਾਰੀਪੁਣਾ ਛੱਡ ਕੇ ਜਾਨਕੀ ਪ੍ਰਸ਼ਾਦ ਨੂੰ ਆਪਦਾ ਗੁਰੂ ਧਾਰਨ ਕੀਤਾ ਨਾ, ਇਹ ਵੀ ਸਾਧੂ ਬਣਿਆ, ਵਿਰਾਗੀ ਬਣ ਗਿਆ। ਉਹਨਾਂ ਕਸ਼ਮੀਰ ਤੇ ਘੁੰਮਦਾ ਬਾਬਾ ਰਾਮ ਠੰਮਣ ਜੀ ਦੇ ਅਸਥਾਨਾਂ ਤੇ ਆ ਕੇ ਇਹਨੇ ਮਹੰਤ ਰਾਮਦੇਵ ਨੂੰ ਆਪਦਾ ਗੁਰੂ ਬਣਾ ਲਿਆ ਸੀ, ਜਿਹੜਾ ਉੱਥੇ ਮੁਖੀ ਸੀ। ਉਹਦਾ ਚੇਲਾ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਉੱਥੇ ਬਹਿ ਗਿਆ। ਹੁਣ ਬਾਬਾ ਰਾਮ ਠੰਮਣ ਸੀ ਜਿਹੜੇ, ਉਹ ਮਾਤਾ ਲੱਖੋ ਦੇ ਲਾਲ ਨੇ। ਮਾਤਾ ਲੱਖੋ ਆਪਣੀ ਭੈਣ ਨੂੰ ਮਿਲਣ ਵਾਸਤੇ ਆਈ ਆ। ਜਦੋਂ ਭੈਣ ਨੂੰ ਮਿਲਣ ਵਾਸਤੇ ਆਈ, ਉਹਨਾਂ ਨੇ ਆਪਸ ਵਿੱਚ ਭੈਣਾਂ ਨੇ ਗੱਲਾਂ ਕਰਦਿਆਂ ਇਹ ਗੱਲ ਛੇੜ ਲਈ। ਮਾਤਾ ਤ੍ਰਿਪਤਾ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੁਭਾਅ ਤਾਂ ਅਨੋਖਾ ਹੀ ਏ, ਇਹ ਤਾਂ ਕੋਈ ਦਰ ਤੇ ਸਾਧੂ ਸੰਤ ਰੱਬ ਦਾ ਪਿਆਰਾ ਆ ਜਾਵੇ, ਕੀਮਤੀ ਤੋਂ ਕੀਮਤੀ ਚੀਜ਼ ਉਹਦੀ ਝੋਲੀ ਚ ਪਾ ਦਿੰਦੇ ਨੇ। ਮਾਤਾ ਲੱਖੋ ਬੋਲ ਪਈ, ਕਹਿੰਦੀ ਭੈਣੇ ਤੇਰਾ ਪੁੱਤ ਤਾਂ ਫਿਰ ਮੈਨੂੰ ਦੀਵਾਨਾ ਜਿਹਾ ਜਾਪਦਾ ਏ। ਉਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇੜੇ ਹੀ ਸੀ। ਉਹਨਾਂ ਨੇ ਉੱਠ ਕੇ ਆਖਿਆ, ਮਾਸੀ ਜਿਹੜਾ ਤੇਰਾ ਲਾਲ ਹੋਵੇਗਾ ਮੇਰੇ ਤੋਂ ਵੀ ਵੱਧ ਦੀਵਾਨਾ ਹੋਵੇਗਾ। ਕਹਿੰਦੇ ਬੜੇ ਮਸਤ ਸੁਭਾਅ ਦੇ ਸੀ ਬਾਬਾ ਰਾਮ ਠੰਮਣ ਜੀ। ਅੱਲਾ ਹੁਣ ਸੁਣਿਓ ਪਿਆਰ ਦੇ ਨਾਲ। ਪਿਤਾ ਮਹਿਤਾ ਕਲਿਆਣ ਦਾਸ ਆਪਣੇ ਲਾਲ ਦੇ ਵੱਲ ਵੇਖ ਕੇ, ਕਿਉਂਕਿ ਮਾਪੇ ਇੱਕਦਮ ਚਿੰਤਾ ਦੇ ਵਿੱਚ ਖੋ ਜਾਂਦੇ ਨੇ ਜੇ ਪੁੱਤ ਨੂੰ ਕੋਈ ਬਿਮਾਰੀ ਜਾਂ ਪੁੱਤ ਨੂੰ ਕੋਈ ਰੋਗ ਲੱਗ ਜਾਵੇ। ਇਹ ਤਾਂ ਘਰੋਂ ਬਾਹਰ ਨਿਕਲਦੇ ਹੀ ਨਹੀਂ, ਅੱਗੇ ਘਰੇ ਨਹੀਂ ਸੀ ਵੜਦੇ, ਆਪ ਜਾ ਕੇ ਲੈ ਕੇ ਆਉਣੇ ਪੈਂਦੇ ਸੀ, ਪਰ ਹੁਣ ਘਰੋਂ ਨਹੀਂ ਜਾਂਦੇ। ਪਿਤਾ ਮਹਿਤਾ ਕਲਿਆਣ ਦਾਸ ਜੀ ਵੈਦ ਜੀ ਨੂੰ ਲੈ ਕੇ ਆ ਗਏ ਨੇ। ਹੁਣ ਵੈਦ ਜੀ ਅੱਗੇ ਹੋ ਗਏ, ਮਹਾਰਾਜ ਦੇ ਅੰਦਰ ਸ਼ਬਦ ਆਏ ਨੇ, ਧਿਆਨ ਨਾਲ ਸੁਣਨਾ। ਜਦੋਂ ਵੈਦ ਜੀ ਅੱਗੇ ਹੋਏ ਫਿਰ ਕੀ ਹੋਇਆ ਗੁਰੂ ਕੇ ਪਿਆਰਿਓ। ਦਾਨੀ ਸੱਜਣਾ ਵੱਲੋਂ ਸੁਖਦੇਵ ਸਿੰਘ ਜੀ ਸੁਖੂ 100 ਰੁਪਿਆ, ਮੇਰੇ ਵੀਰ ਜੀ ਸਿਕੰਦਰ ਸਿੰਘ ਜੀ ਮੀਤ ਪ੍ਰਧਾਨ ਗੁਰਦੁਆਰਾ ਸਾਹਿਬ ਦੇ 100 ਰੁਪਿਆ ਕੱਲਦੇ ਨੇ, ਸਰਜੀਤ ਸਿੰਘ ਸੀਤਾ 100 ਰੁਪਿਆ, ਜਗਦੇਵ ਸਿੰਘ ਜੀ ਪ੍ਰਧਾਨ 100 ਰੁਪਿਆ, ਕਰਨ ਸਿੰਘ ਜੀ ਗੋਰਾ 100 ਰੁਪਿਆ, ਚਰਨ ਸਿੰਘ ਜੀ 100 ਰੁਪਿਆ ਕੱਲਦੇ ਨੇ, ਜਗਤਾਰ ਸਿੰਘ ਜੀ 100 ਰੁਪਿਆ ਕੱਲਦੇ ਨੇ। ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਗੁਰੂ ਘਰ ਜੀ ਦੇ, ਉਹਨਾਂ ਵੱਲੋਂ ਵੀ 100 ਰੁਪਿਆ, ਅਮਰਜੀਤ ਸਿੰਘ ਜੀ 100 ਰੁਪਿਆ, ਹਰਦਿਤ ਸਿੰਘ ਜੀ ਗੁਰੂ ਪਿਆਰ ਉਹਨਾਂ ਵੱਲੋਂ ਵੀ 100 ਰੁਪਿਆ, ਬਲਵੰਤ ਸਿੰਘ 100 ਰੁਪਿਆ ਕੱਲਦੇ ਨੇ। ਮੈਂ ਧੰਨਵਾਦ ਕਰਦਾ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਹਰਦਾ ਫਤਿਹ ਬਖਸ਼ੇ। ਵੈਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੁਣ ਨਬਜ਼ ਵੇਖਣਾ ਚਾਹੁੰਦਾ। ਸਿਆਣੇ ਵੈਦ ਆ ਨਾ ਜਿਹੜੇ, ਇਹ ਨਿਪੁੰਨ ਵੈਦ ਨੇ, ਨਬਜ਼ ਤੋਂ ਬਿਨਾਂ ਦਵਾਈ ਨਹੀਂ ਦਿੰਦੇ। ਅੱਜ ਸੋਸ਼ਲ ਮੀਡੀਆ ਆਪਣੇ ਕੋਲੇ, ਫੇਸਬੁੱਕ ਆ WhatsApp ਆ, ਇਹਦੇ ਤੇ ਬੜੇ ਨੁਸਖੇ ਚੱਲਦੇ ਨੇ, ਇਹਨਾਂ ਤੋਂ ਬਚ ਕੇ ਰਿਓ। ਇਹ ਜਿਹੜੇ ਨੁਸਖੇ ਲਿਖੇ ਆਉਂਦੇ ਆ ਨਾ, ਕਈ ਵਾਰੀ ਆਮ ਬੰਦੇ ਇਹਨੂੰ ਵਰਤਦੇ ਨੇ, ਉਹ ਨੁਕਸਾਨ ਕਰਦੇ ਆ। ਕਿਉਂਕਿ ਦੇਸੀ ਦਵਾ ਜਿਹੜੀ ਉਹ ਨਬਜ਼ ਵੇਖਣ ਤੋਂ ਬਿਨਾ ਨਾ ਕੋਈ ਦੇ ਸਕਦਾ। ਜਿਹੜੇ ਅਸਲੀ ਵੈਦ ਨੇ, ਇਹ ਨਿਪੁੰਨ ਵੈਦ ਨੇ, ਉਹ ਨਬਜ਼ ਫੜ ਕੇ ਪਹਿਲਾਂ ਵੇਖਣਗੇ। ਵੇਖੋ ਪਿੰਡ ਦੀ ਸੱਥ ਦੇ ਵਿੱਚ ਗੱਲਾਂ ਚੱਲਦੀਆਂ, ਉਹ ਕਹਿੰਦਾ ਮੇਰਾ ਕੱਟਾ ਬਿਮਾਰ ਹੋ ਗਿਆ, ਮੈਂ ਤਾਂ ਇੱਕ ਪਲੀ ਤੇਲ ਦੀ ਜਦੋਂ ਮਾਰੀ ਮੂੰਹ ਦੇ ਵਿੱਚ, ਇੱਕ ਬੈਠਾ ਸੁਣੀ ਜਾਵੇ, ਕੱਟਾ ਉਹਦਾ ਵੀ ਬਿਮਾਰ ਸੀ, ਉਹਨੇ ਇੰਨੀ ਕੀ ਗੱਲ ਸੁਣੀ ਭੱਜ ਲਿਆ ਆਪਦੇ ਘਰ ਨੂੰ। ਪਲੀ ਤੇਲ ਦੀ ਜਦੋਂ ਕੱਟੇ ਦੇ ਮੂੰਹ 'ਚ ਮਾਰੀ ਨਾ, 5 ਮਿੰਟ ਨਹੀਂ ਪਏ ਕੱਟਾ ਚੜਾਈ ਕਰ ਗਿਆ ਜਦੀ। ਫਿਰ ਬੜੇ ਗੁੱਸੇ ਨਾਲ ਆਇਆ, ਉਹ ਕਹਿੰਦਾ ਤੂੰ ਕਹਿੰਦਾ ਸੀ ਮੈਂ ਇੱਕ ਪਲੀ ਕੱਟੇ ਨੂੰ ਦਿੱਤੀ ਆ, ਕਹਿੰਦਾ ਮੈਂ ਜਾ ਕੇ ਦਿੱਤੀ, ਉਹ ਤਾਂ ਮਰ ਗਿਆ।
ਕਹਿੰਦਾ ਮਰ ਤਾਂ ਮੇਰਾ ਵੀ ਗਿਆ ਸੀ, ਕਹਿੰਦਾ ਤੈਂ ਦੱਸਿਆ ਨਹੀਂ, ਕਹਿੰਦਾ ਤੈਂ ਪੁੱਛਿਆ ਹੀ ਨਹੀਂ, ਤੂੰ ਕਾਹਲੀ ਬਹੁਤ ਕਰ ਗਿਆ। ਇਸੇ ਲਈ ਨੀਮ ਹਕੀਮ ਖਤਰਾ ਜਾਨ ਐਵੇਂ ਨਹੀਂ ਆਖਿਆ। ਇਹ ਬਚ ਕੇ ਆ ਜਿਹੜੇ ਨੁਸਖੇ ਆਉਂਦੇ ਆ ਇਹਨਾਂ ਨੂੰ ਵੇਖ ਕੇ ਵਰਤਿਆ ਕਰੋ, ਕਿਉਂਕਿ ਤਸੀਰ ਆਪਦੀ ਆਪਦੀ ਆ ਮੇਦੇ ਦੀ। ਹੁਣ ਵੈਦ ਨਬਜ਼ ਫੜ ਕੇ ਵੇਖਣਾ ਚਾਹੁੰਦਾ ਕਿਹੜਾ ਰੋਗ ਆ ਮਹਾਰਾਜ ਨੂੰ ਲੱਗਿਆ ਹੋਇਆ। ਸਤਿਗੁਰੂ ਮਹਾਰਾਜ ਕਹਿੰਦੇ ਉਹ ਭੋਲਿਆ ਵੈਦਾ, ਜਿਹੜਾ ਰੋਗ ਸਾਨੂੰ ਲੱਗ ਗਿਆ ਤੇਰੇ ਪਾਸ ਦਵਾ ਹੈ ਨਹੀਂ, ਤੇਰੇ ਪਾਸ ਦਵਾ ਹੈ ਨਹੀਂ। ਆਪਾਂ ਸ਼ਬਦ ਪੜ੍ਹਦੇ ਆ ਮਹਾਰਾਜ ਜੀ ਦਾ। ਮਹਾਰਾਜ ਆਖਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਸ ਇਨਸਾਨ ਨੂੰ ਬੰਦੇ ਨੂੰ ਜਿਹੜੇ ਦੁੱਖ ਲੱਗਦੇ ਨੇ ਨਾ, ਸਭ ਤੋਂ ਪਹਿਲੇ ਨੰਬਰ ਦਾ ਦੁੱਖ ਹੁੰਦਾ ਵਿਛੋੜੇ ਦਾ, ਫਿਰ ਭੁੱਖ ਦਾ, ਫਿਰ ਮੌਤ ਦਾ, ਫਿਰ ਕੋਈ ਰੋਗ ਲੱਗ ਜਾਣਾ, ਕੋਈ ਬਿਮਾਰੀ ਲੱਗ ਜਾਣੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਈ। ਕਹਿੰਦੇ ਸਾਨੂੰ ਤਾਂ ਵਿਛੋੜਾ, ਅਸੀਂ ਉਹ ਪ੍ਰਮਾਤਮਾ ਨਾਲੋਂ ਵਿਛੜੇ ਆ, ਇਹਦਾ ਦੁੱਖ ਖਾਂਦਾ ਵੱਡ ਵੱਡ ਕੇ, ਉਹਦੇ ਨਾਲ ਮਿਲਾਪ ਕਿਸ ਤਰ੍ਹਾਂ ਹੋਵੇ। ਨਾਮ ਦੀ ਭੁੱਖ ਆ, ਜਮਦੂਤ ਆ, ਮੌਤ ਦਾ ਵੀ ਆ, ਆਪਣੇ ਮਨੋਰਥ ਤੋਂ ਪਹਿਲਾਂ ਪਹਿਲਾਂ ਕਿਤੇ, ਕਿਉਂਕਿ ਜੋ ਸਭ ਤੇ ਭਾਣਾ ਵਰਤਾਉਂਦੀ ਏ ਉਹਦਾ ਸ਼ਿਕਾਰ ਨਾ ਹੋ ਜਾਈਏ। ਹੁਣ ਸਾਨੂੰ ਇੱਕ ਉਹ ਲੁਕਾਈ ਦਾ ਦੁੱਖ ਵੀ ਵੱਡ ਵੱਡ ਕੇ ਖਾਂਦਾ ਆ ਜਿਹੜੀ ਬੇਈਮਾਨ ਹਾਕਮਾਂ ਦੀ ਜ਼ੁਲਮ ਦੇ ਅੰਦਰ ਪਿਸ ਰਹੀ। ਅੱਜ ਵੀ ਬੇਈਮਾਨਾਂ ਦਾ ਜ਼ੁਲਮ ਹੋ ਰਿਹਾ ਏ, ਅੱਜ ਵੀ ਅਕਿਰਤ ਘਣਾ ਦਾ ਸਾਡੇ ਨਾਲ ਧੱਕਾ ਹੋ ਰਿਹਾ ਏ, ਪਰ ਪੰਜਾਬ ਉੱਠਦਾ ਏ। ਅੱਜ ਵੀ ਪੰਜਾਬ ਉੱਠਿਆ, ਅੱਜ ਕਿਰਤੀ ਵਰਗ ਉੱਠਿਆ ਏ, ਅੱਜ ਅੰਨਦਾਤਾ ਉੱਠਿਆ ਏ। ਗੁਰੂ ਮਹਾਰਾਜ ਅੱਗੇ ਅਰਦਾਸ ਕਰੋ। ਮੈਂ ਕਹਿੰਦਾ ਅੱਜ ਸਤਿਗੁਰੂ ਮਹਾਰਾਜ ਜੀ ਦਾ ਪੁਰਬ ਮਨਾਇਆ ਜਾ ਰਿਹਾ। ਇਹ ਕਿਰਤੀਆਂ ਦੇ ਹਮਦਰਦ ਸਤਿਗੁਰੂ ਮਹਾਰਾਜ ਕਿਰਪਾ ਕਰੀ, ਇਹਨਾਂ ਦੀ ਫਤਿਹ ਹੋਵੇ, ਇਹਨਾਂ ਦੀ ਜਿੱਤ ਹੋਵੇ। ਕੀ ਬਜ਼ੁਰਗ ਤੋਂ ਲੈ ਕੇ ਨਿੱਕੇ ਨਿੱਕੇ ਬੱਚੇ ਵੀ ਤੁਸੀਂ ਵੇਖਦੇ ਹੋ, ਉਹ ਬੱਚੇ ਵੀ ਉੱਥੇ ਬੈਠੇ ਨੇ ਸਰਦੀ ਦੇ ਵਿੱਚ। ਜਿੱਤ ਹੋਣੀ ਚਾਹੀਦੀ ਆ ਸੱਚੇ ਪਾਤਸ਼ਾਹ। ਆ ਲਓ ਹੁਣ ਸੁਣਿਓ ਪਿਆਰ ਦੇ ਨਾਲ, ਅੱਜ ਸਤਿਗੁਰੂ ਮਹਾਰਾਜ ਇਹ ਕਲੀਅਰ ਕਰ ਰਹੇ ਨੇ ਬਈ ਸਾਡਾ ਜਿਹੜਾ ਇਹ ਮਨੁੱਖਤਾ ਦੇ ਵਾਸਤੇ ਪਿਆਰ ਹੈ, ਮਨੁੱਖਤਾ ਦਾ ਜਿਹੜਾ ਦਰਦ ਹੈ ਉਹ ਸਾਡੇ ਹਿਰਦੇ ਦੇ ਵਿੱਚ ਆ, ਸੀਨੇ ਦੇ ਵਿੱਚ ਆ। ਦਰਦ ਹੋਣਾ ਚਾਹੀਦਾ ਇਨਸਾਨੀਅਤ ਦਾ ਹਰ ਬੰਦੇ ਅੰਦਰ। ਜੇ ਇਨਸਾਨੀਅਤ ਦਾ ਦਰਦ ਹੀ ਨਹੀਂ, ਇਹ ਬੰਦਾ ਕਹਾਉਣ ਦੇ ਹੱਕਦਾਰ ਨਹੀਂ ਬਣਦਾ। ਹਰ ਬੰਦਾ ਇਨਸਾਨੀਅਤ ਦਾ ਦਰਦ ਰੱਖੇ ਅੰਦਰ, ਇਨਸਾਨੀਅਤ ਜਿਉਂਦੀ ਰਹਿਣੀ ਚਾਹੀਦੀ ਏ। ਆ ਲਓ ਹੁਣ ਸੁਣਿਓ ਪਿਆਰ ਦੇ ਨਾਲ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਉਂ-ਜਿਉਂ ਵੱਡੇ ਹੋਏ, ਇੱਕ ਆਮ ਆਪਾਂ ਗੱਲ ਸੱਚੇ ਸੌਦੇ ਦੀ ਕਰਦੇ ਆਂ। ਜਦੋਂ ਸੱਚੇ ਸੌਦੇ ਦੀ ਗੱਲ ਕਰਦੇ ਆ ਨਾ, ਉਹਦੇ ਵਿੱਚ ਲੰਗਰ ਦੀ ਗੱਲ ਆਉਂਦੀ ਹੈ। ਲੰਗਰ ਦੀ ਅੱਜ ਵੀ ਗੱਲ ਚੱਲ ਰਹੀ ਹੈ। ਲਾਕਡਾਊਨ ਰਿਹਾ, ਅੱਜ ਉਹ ਕਰੋਨਾ ਮਹਾਮਾਰੀ ਕਰਕੇ ਕੋਈ ਦੁਨੀਆ ਭਰ ਦਾ ਮੁਲਕ ਹੈ ਨਹੀਂ, ਵੱਡੇ ਵੱਡੇ ਮੁਲਕ, ਅਮਰੀਕਾ ਦੇ ਵਾਈਟ ਹਾਊਸ 'ਚ ਤੁਹਾਡੀ ਗੱਲ ਹੋਈ, ਤੁਹਾਡੀ, ਇਹ ਗੁਰੂ ਦੀ ਕਿਰਪਾ। ਆਟਵਾ ਕੈਨੇਡਾ ਦੇ ਵਿੱਚ ਤੁਹਾਡੀ ਗੱਲ ਹੋਈ, ਉਹਦੀਆਂ ਵੱਖ-ਵੱਖ ਜਿਹੜੀਆਂ ਸਟੇਟਾਂ ਨੇ, ਸੂਬੇ ਨੇ, ਉਹਨਾਂ ਦੀਆਂ ਅਸੈਂਬਲੀਆਂ ਦੇ ਵਿੱਚ ਤੁਹਾਡੀ ਗੱਲ ਹੋਈ ਵੀ ਇਹ ਲੰਗਰ ਚਲਾਉਣ ਵਾਲੀ ਕੌਮ ਹੈ। ਕੋਈ ਤਾਂ ਦੁਨੀਆ ਦਾ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਇੰਗਲੈਂਡ ਹੋਵੇ, ਯੂਰਪ ਦੇ ਦੇਸ਼ ਲੈ ਲਈਏ, ਕੋਈ ਤਾਂ ਹੋਵੇ ਬਈ ਜਿਹਨੇ ਨਹੀਂ ਸਿਫਤ ਕੀਤੀ। ਜਿਹੜੇ ਸਾੜਾ ਰੱਖਣ ਵਾਲੇ ਨੇ, ਜਿਹੜੇ ਈਰਖਾ ਕਰਦੇ ਨੇ, ਉਹ ਇਹੀ ਗੱਲ ਤੋਂ ਚਿੜਦੇ ਨੇ ਬਈ ਦੁਨੀਆ ਭਰ ਦੇ ਵਿੱਚ ਇਹਨਾਂ ਦੀ ਵਧੀਆ ਤਸਵੀਰ ਕਿਉਂ ਆ ਰਹੀ ਆ। ਕਿਉਂਕਿ ਨਹੀਂ ਤਾਂ 84 ਤੋਂ ਲੈ ਕੇ ਉਹ ਸਾਨੂੰ ਅੱਤਵਾਦੀ, ਵੱਖਵਾਦੀ, ਟੈਰੋਰਿਸਟ ਇਹ ਪ੍ਰਚਾਰਦੇ ਰਹੇ, ਪਰ ਅੱਜ ਦੁਨੀਆ ਨੂੰ ਪਤਾ ਲੱਗ ਗਿਆ ਇਹ ਤਾਂ ਮਨੁੱਖਤਾ ਦਾ ਦਰਦ ਰੱਖਣ ਵਾਲੀ ਕੌਮ ਹੈ। ਇਹ ਗੁਰੂ ਨਾਨਕ ਦੀ ਕਿਰਪਾ ਹੈ। ਆਪਾਂ ਕਹਿੰਦੇ ਆ ਨਾ ਵੀ 20 ਰੁਪਏ ਦਾ ਭੋਜਨ ਮਹਾਰਾਜ ਜੀ ਨੇ ਉਦੋਂ ਭੁੱਖੇ ਸਾਧੂਆਂ ਨੂੰ ਛਕਾਇਆ। ਲਓ ਸੁਣਿਓ ਹੁਣ, ਇਹ ਤੋਂ ਸਿੱਖਿਆ ਕੀ ਲੈਣੀ ਆ। ਸਾਡੇ ਘਰਾਂ ਦੇ ਵਿੱਚ ਸੁਖਮਨੀ ਸਾਹਿਬ ਦਾ ਭੋਗ ਪੈਂਦਾ, ਸਾਡੇ ਘਰਾਂ ਦੇ ਵਿੱਚ ਸਹਿਜ ਪਾਠ ਦਾ ਭੋਗ ਪੈਂਦਾ, ਸਾਡੇ ਘਰਾਂ ਦੇ ਵਿੱਚ ਸ੍ਰੀ ਅਖੰਡ ਪਾਠ ਦਾ ਭੋਗ ਪੈਂਦਾ। ਇਹ ਤੁਸੀਂ ਵੀ ਵੇਖੀ ਹੋਊਗੀ ਝਾਕੀ। ਇਹਦੇ ਵਿੱਚ ਆਪਾਂ ਸਾਰੇ ਹੀ ਸ਼ਾਮਲ ਆ। ਇਹ ਨਹੀਂ ਬਈ ਮੈਂ ਨਹੀਂ, ਮੈਂ ਵੀ ਹੋਵਾਂਗਾ, ਇਹਦੇ ਵਿੱਚ ਸ਼ਾਮਲ ਹੋਵਾਂਗਾ ਲਾਜ਼ਮੀ, ਪਰ ਗੁਰੂ ਕਿਰਪਾ ਕਰੇ ਇਹਦੇ ਤੋਂ ਆਪਾਂ ਬਾਹਰ ਨਿਕਲਣਾ ਸਭ ਨੇ। ਉਹ ਝਾਕੀ ਦ੍ਰਿਸ਼ ਕਿਹੜਾ ਹੁੰਦਾ ਵੇਖੋ, ਭੋਗ ਪੈ ਜਾਂਦਾ, ਅਰਦਾਸ ਹੋ ਜਾਂਦੀ,
ਜਦੋਂ ਅਰਦਾਸ ਤੋਂ ਬਾਅਦ ਪ੍ਰਸ਼ਾਦ ਵਰਤਦਾ, ਉਦੋਂ ਬਾਅਦ ਘਰ ਦਾ ਜਿਹੜਾ ਮੁਖੀ ਆ ਉਹ ਬਾਹਰ ਖਲੋ ਜਾਂਦਾ। ਉਹ ਫਿਰ ਸਭ ਨੂੰ ਕਹਿੰਦਾ ਵੀ ਉਧਰ ਗੁਰੂ ਕਾ ਲੰਗਰ ਛਕ ਕੇ ਜਾਈਏ। ਕਈ ਇਹ ਵੀ ਜਵਾਬ ਦਿੰਦੇ ਆ ਵੀ ਮੈਂ ਤਾਂ ਹੁਣੇ ਛਕ ਕੇ ਆਇਆ ਸੀ, ਮੈਨੂੰ ਭੁੱਖ ਨਹੀਂ, ਮੈਂ ਜਾਣਾ ਛੇਤੀ। ਪਰ ਉਹ ਬਾਂਹ ਤੋਂ ਫੜ ਕੇ ਉਹ ਕਹੂਗਾ ਭਾਵੇਂ ਇੱਕ ਛਕ ਕੇ ਲਾਜ਼ਮੀ ਜਾਈ। ਹੁਣ ਉਹ ਕਹਿੰਦਾ ਮੈਨੂੰ ਭੁੱਖ ਨਹੀਂ, ਤੇ ਮਾਲਕ ਕਹਿੰਦਾ ਤੂੰ ਛਕ। ਵੇਖੋ ਇਹ ਵੇਖਦੇ ਨਾ ਪਾਉਂਦਾ, ਪਰ ਇੱਕ ਲਾਗੇ ਹੀ ਟੈਂਟ ਦੇ ਬੈਠਾ ਹੁੰਦਾ, ਉਹਦੇ ਹੱਥ ਦੇ ਵਿੱਚ ਚਾਹੇ ਬਰਤਨ ਕਹਿ ਲੋ ਕੋਈ ਹੋਵੇ, ਉਹ ਮੰਗਦਾ ਹੁੰਦਾ ਵਾਰ-ਵਾਰ ਬਈ ਮੈਨੂੰ ਦੇ ਦਿਓ ਕੁਝ ਖਾਣ ਵਾਸਤੇ। ਉਹਨੂੰ ਮਿਲਦੀਆਂ ਨੇ ਗਾਲਾਂ, ਉਹਨੂੰ ਮਿਲਦੇ ਆ ਬੁਰੇ ਸ਼ਬਦ, ਬਈ ਭਾਜਾ ਸ਼ਾਮ ਨੂੰ ਵੇਖਾਂਗੇ, ਜੇ ਬਚ ਗਿਆ ਫੇਰ ਆਈ। ਪਰ ਇੱਥੇ ਮਹਾਰਾਜ ਦੀ ਸਾਨੂੰ ਸਿੱਖਿਆ ਮਿਲਦੀ ਆ, ਉਹ ਲੋੜਵੰਦ ਦੀ ਲੋੜ ਨੂੰ ਪੂਰੀ ਕਰਦੇ। ਜੇ ਤੂੰ ਲੋੜਵੰਦ ਦੀ ਲੋੜ ਨੂੰ ਪੂਰੀ ਕਰ ਦਿੱਤਾ, ਇਦੋਂ ਪਰੇ ਖਰਾ ਸੌਦਾ ਸੱਚਾ ਸੌਦਾ ਕੋਈ ਨਹੀਂ। ਮਹਾਰਾਜ ਨੇ ਇਹੀ ਆਖਿਆ ਸੀ, ਪਿਤਾ ਮਹਿਤਾ ਕਲਿਆਣ ਦਾਸ ਸੀ 20 ਰੁਪਏ ਹੱਥ ਤੇ ਧਰ ਕੇ ਇਹ ਕਹਿੰਦੇ ਸੀ, ਬੇਟਾ ਸੱਚਾ ਸੌਦਾ ਕਰਨਾ, ਖਰਾ ਸੌਦਾ ਕਰਨਾ, ਨਫਾ ਹੋਵੇ ਮੁਨਾਫਾ ਹੋਵੇ, ਢਾਡੀ ਜੱਥਾ ਪਮਾਲ ਦਾ ਇਉਂ ਕਰ ਰਿਹਾ। ਕਰੀ ਸੱਚਾ ਸੌਦਾ ਬੇਟਾ ਤੂੰ ਤਾਂ ਜਾ ਕੇ, ਕਰੀ ਸੱਚਾ ਸੌਦਾ ਬੇਟਾ ਤੂੰ ਤਾਂ ਜਾ ਕੇ, ਸਾਨੂੰ ਪਿਤਾ ਜੀ ਨੇ ਇੰਜ ਸਮਝਾਇਆ, ਇਹ ਤੂੰ ਹੋਰ ਕੀ ਖਰਾ ਸੌਦਾ ਹੋਊਗਾ, ਇਹ ਤੂੰ ਹੋਰ ਕੀ ਖਰਾ ਸੌਦਾ ਹੋਊਗਾ। ਇਹ ਤੂੰ ਹੋਰ ਕੀ ਖਰਾ ਸੌਦਾ ਹੋਊਗਾ, ਜਾਵੇ ਭੁੱਖਿਆਂ ਦੀ ਭੁੱਖ ਨੂੰ ਮੰਗਾਇਆ, ਲਿਆਂਦਾ ਭੋਜਨ ਸਜਾ ਕੇ ਚੂੜ ਕਾਣਿਓ, ਲਿਆਂਦਾ ਭੋਜਨ ਸਜਾ ਕੇ ਚੂੜ ਕਾਣਿਓ। ਲਿਆਂਦਾ ਭੋਜਨ ਸਜਾ ਕੇ ਚੂੜ ਕਾਣਿਓ, ਹੱਥੀ ਸਾਧੂਆਂ ਨੂੰ ਆਪ ਛਕਾਇਆ, ਹੱਥੀ ਸੇਵਾ ਖੂਬ ਸਾਧੂਆਂ ਦੀ ਕਰਕੇ, ਹੱਥੀ ਸੇਵਾ ਖੂਬ ਸਾਧੂਆਂ ਦੀ ਕਰਕੇ। ਹੱਥੀ ਸੇਵਾ ਖੂਬ ਸਾਧੂਆਂ ਦੀ ਕਰਕੇ, ਗੁਰਾਂ ਪਿੰਡ ਵੱਲ ਕਦਮ ਵਧਾਇਆ, ਪਿਤਾ ਕਹਿਣਗੇ ਰਕਮ ਰੋੜ
ਧੰਨ ਬਾਬਾ ਤੇਰੇ ਕੌਤਕ ਨਿਆਰੇ ਨੇ ਧੰਨ ਬਾਬਾ ਤੇਰੇ ਕੌਤਕ ਨਿਆਰੇ ਨੇ ਜਸ ਰਛਪਾਲ ਨੇ ਲਿਖ ਗਾਇਆ ਜਸ ਰਛਪਾਲ ਨੇ ਲਿਖ ਗਾਇਆ ਹੋ ਅਰਜ਼ਾ ਮੇਰੀਆਂ ਸਹਿਬਾਈ ਹੋ ਜਿਹੜੇ ਲੋੜਵੰਦ ਦੀ ਲੋੜ ਨੂੰ ਪੂਰੀ ਕਰਦੇ ਆ, ਸੱਚਾ ਸੌਦਾ ਕਰਦੇ ਆ, ਉਹ ਕਦੇ ਘਾਟੇ 'ਚ ਨਹੀਂ ਜਾਂਦੇ, ਉਹਨਾਂ ਨੂੰ ਨਫਾ ਹੀ ਨਫਾ ਹੋਇਆ ਕਰਦਾ ਹੈ। ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਸੇਧ ਦਿੱਤੀ। ਇੱਥੇ ਮੈਂ ਸਮਾਪਤੀ ਕਰਦਾ ਇਤਿਹਾਸ ਦੀ, ਫਿਰ ਅਗਲੇ ਪੜਾਅ ਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਾ। ਆਓ ਅਰਦਾਸ ਕਰੀਏ। हे ਸੱਚੇ ਪਾਤਸ਼ਾਹ, ਸਾਡੇ ਉਸ ਸੰਘਰਸ਼ ਨੂੰ ਕਾਮਯਾਬੀ ਬਖਸ਼ੀ, ਕਿਰਤੀਆਂ ਨੂੰ ਕਾਮਯਾਬੀ ਬਖਸ਼ੀ, ਹੈਂਕੜਬਾਜ਼ ਉਹਨਾਂ ਦੀ ਗੋਡ ਨਹੀਂ ਲੱਗਣੀ ਚਾਹੀਦੀ ਹੈ। ਇਹ ਅਰਦਾਸ ਹੈ ਸੱਚੇ ਪਾਤਸ਼ਾਹ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।